ਕੇਂਦਰ ਸਰਕਾਰ ਵੱਲੋਂ ਫੌਜ ਦੀ ਤਿੰਨੋਂ ਅੰਗ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਵਿੱਚ ਹੁਣ ਸਿੱਧੀ ਭਰਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਵੇਂ ਪਹਿਲਾਂ ਅਲੱਗ-ਅਲੱਗ ਭਾਗਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਕੇ ਲਗਾਤਾਰ 14-15 ਸਾਲ ਸੇਵਾ ਕਰਦੇ ਸੀ ਤੇ ਚੰਗੀ ਤਨਖਾਹ ਲੈ ਕੇ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਵੀ ਪ੍ਰਾਪਤ ਕਰਦੇ ਸੀ। ਪਰ ਹੁਣ ਜਦੋਂ ਦਾ ਕੇਂਦਰ ਸਰਕਾਰ ਨੇ ਪਹਿਲਾਂ ਫੌਜ ਦੀ ਭਰਤੀ ਬੰਦ ਕੀਤੀ, ਜਦੋਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਫੌਜ ਦੀ ਭਰਤੀ ਬੰਦ ਕੀਤੀ ਹੈ ਤੇ ਹੁਣ ਇੱਕਦਮ ਫੌਜ ਦੀ ਭਰਤੀ ਸ਼ੁਰੂ ਕਰਨ ਦੀ ਬਜਾਏ ਇਹਨਾਂ ਨੇ ਇੱਕ ਨਵੀਂ ਤਕਨੀਕ ਲੈ ਕੇ ਆਏ ਨੇ, ਨਵੀਂ ਭਰਤੀ ਲੈ ਕੇ ਆਏ ਨੇ ਜਿਸ ਨੂੰ ਅਗਨੀਪਥ ਦਾ ਨਾਂ ਦਿੱਤਾ ਗਿਆ ਤੇ ਅਗਨੀਵੀਰ ਉਹਨਾਂ ਜਵਾਨਾਂ ਦਾ ਨਾਮ ਰੱਖਿਆ ਜਾਏਗਾ ਜਿਹੜੇ ਇਸ ਭਰਤੀ ਦੇ ਰਾਹੀਂ ਆਰਮੀ ਦੇ ਵਿੱਚ ਜਾਣਗੇ। 4 ਸਾਲ ਦੀ ਸੇਵਾ ਦਾ ਸਮਾਂ ਰੱਖਿਆ ਗਿਆ ਹੈ ਕਿ ਸਿਰਫ 4 ਸਾਲ ਆਰਮੀ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਸਿਰਫ 4 ਸਾਲ ਹੀ ਸੇਵਾ ਕੀਤੀ ਜਾ ਸਕੇਗੀ ਔਰ ਜਿਹੜੀ ਇਹਦੀ ਤਨਖਾਹ ਹੈ ਉਹ ਵੀ ਕਾਫੀ ਘੱਟ ਰੱਖੀ ਗਈ ਹੈ। 30,000 ਤੋਂ 40,000 ਤੱਕ ਤਨਖਾਹ ਹੈ ਤੇ ਉਹਦੇ 'ਚੋਂ ਹਰ ਮਹੀਨੇ 30% ਕੱਟ ਕੇ ਜਿਸ ਆਪਾਂ ਕਹਿ ਦਈਏ ਕਿ ਉਸ ਨੂੰ 30% ਕੱਟਣ ਤੋਂ ਬਾਅਦ ਜਦੋਂ ਰਿਟਾਇਰ ਹੋਏਗਾ ਉਹ ਅਗਨੀਵੀਰ ਤਾਂ 4 ਸਾਲ ਬਾਅਦ ਉਸ ਨੂੰ 10 ਤੋਂ 12 ਲੱਖ ਰੁਪਏ ਦੇ ਰੂਪ ਦੇ ਵਿੱਚ ਉਹ ਵਾਪਸ ਦੇ ਦਿੱਤੇ ਜਾਣਗੇ। ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਭਾਗਾਂ ਜਿਵੇਂ ਬਿਹਾਰ, ਯੂਪੀ, ਆਂਧਰਾ, ਕਈ ਰਾਜਾਂ ਦੇ ਵਿੱਚ ਨੌਜਵਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰੇਲ ਗੱਡੀਆਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਨੇ, ਹੋਰ ਵੀ ਬਹੁਤ ਸਾਰੇ ਸਰਕਾਰੀ ਜਿਹੜੇ ਤੰਤਰ ਹੈ ਉਸ ਨੂੰ ਅੱਗ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਨੌਜਵਾਨਾਂ 'ਚ ਇਸ ਚੀਜ਼ ਨੂੰ ਲੈ ਕੇ ਕਾਫੀ ਗੁੱਸੇ ਦੀ ਭਾਵਨਾ ਹੈ ਕਿ ਬਹੁਤ ਸਾਰੇ ਨੌਜਵਾਨ, ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਫੌਜ ਦੇ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਸੀ ਔਰ ਲਗਾਤਾਰ ਕਾਫੀ ਟਾਈਮ ਤੋਂ ਜਿਹੜੇ ਨੌਜਵਾਨ ਨੇ ਉਹ ਤਿਆਰੀ ਕਰ ਰਹੇ ਸੀ ਕਿਉਂਕਿ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਫੌਜ ਦੀ ਭਰਤੀ ਬੰਦ ਸੀ ਔਰ ਨੌਜਵਾਨ ਜਿਹੜੇ ਫੌਜ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਸੰਵਾਰਨਾ ਚਾਹੁੰਦੇ ਸੀ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀ ਉਹ ਲਗਾਤਾਰ ਸਰੀਰਕ ਮਿਹਨਤ ਕਰ ਰਹੇ ਸੀ ਤਾਂ ਜੋ ਫੌਜ ਦੀ ਭਰਤੀ ਦੀ ਜਿਹੜੀਆਂ ਉਹਨਾਂ ਦੀਆਂ ਯੋਗਤਾ ਹੁੰਦੀ ਉਹਨੂੰ ਕਲੀਅਰ ਕਰ ਸਕਣ, ਜਿਹੜੇ ਟੈਸਟ ਹੁੰਦੇ ਨੇ ਉਸ ਨੂੰ ਕਲੀਅਰ ਕਰ ਸਕਣ। ਪਰ ਅਚਾਨਕ ਕੇਂਦਰ ਸਰਕਾਰ ਵੱਲੋਂ ਜਿਹੜੀ ਫੌਜ ਦੇ ਪੁਰਾਣੀ ਭਰਤੀ ਸੀ ਉਸ ਨੂੰ ਬੰਦ ਕਰਕੇ ਇੱਕ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਕਿ ਜਿਹੜੀ ਸਿਰਫ 4 ਸਾਲ ਲਈ ਹੋਏਗੀ। ਇਹਦਾ ਨਾਂ ਵੀ ਮਤਲਬ ਅਗਨੀਪਥ ਰੱਖਿਆ ਗਿਆ ਔਰ ਜਿਹੜੇ ਜਿੱਦਾਂ ਆਪਾਂ ਪਹਿਲਾਂ ਆਰਮੀ ਦੇ ਵਿੱਚ ਜੋ ਵੀ ਜਵਾਨ ਜਾਂਦੇ ਸੀ ਉਹਨਾਂ ਨੂੰ ਫੌਜੀ ਕਹਿੰਦੇ ਸੀ, ਇਸ ਤਰ੍ਹਾਂ ਜਿਹੜੇ ਅਗਨੀਪਥ ਦੇ ਵਿੱਚ ਭਰਤੀ ਹੋਣਗੇ ਉਹਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਜਾਏਗਾ। ਇਸ ਚੀਜ਼ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਹੈ। ਤੁਸੀਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਗਜ਼ਨੀ ਦੀਆਂ ਖਬਰਾਂ ਆ ਰਹੀਆਂ ਨੇ, ਜਗ੍ਹਾ-ਜਗ੍ਹਾ ਅੱਗ ਲਗਾਈ ਜਾ ਰਹੀ ਹੈ, ਨੌਜਵਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖਾਸ ਕਰਕੇ ਰੇਲਵੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਗੱਡੀਆਂ ਨੂੰ ਥਾਂ-ਥਾਂ ਅੱਗ ਲਗਾਈ ਜਾ ਰਹੀ ਹੈ। ਦੇਸ਼ ਦੇ ਜਿਹੜਾ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਬਿਹਾਰ ਦੇ ਵਿੱਚੋਂ ਕਿਉਂਕਿ ਰੋਜ਼ਗਾਰ ਦੀ ਕਮੀ ਬਹੁਤ ਹੋਣ ਕਾਰਨ ਬਿਹਾਰ ਤੋਂ ਜ਼ਿਆਦਾਤਰ ਨੌਜਵਾਨ ਸਿਰਫ ਉਹਨਾਂ ਦਾ ਇੱਕੋ ਹੀ ਸਹਾਰਾ ਹੁੰਦਾ ਸੀ ਕਿ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਏ। ਅੱਜ ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਨੌਜਵਾਨਾਂ ਵੱਲੋਂ, ਜਗ੍ਹਾ-ਜਗ੍ਹਾ ਤੇ ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਸਪਸ਼ਟ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਰੇਲ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਤੇ ਕਈ ਥਾਵਾਂ ਤੇ ਲਾਠੀ ਚਾਰਜ ਹੋਣ ਦੀਆਂ ਵੀ ਖਬਰਾਂ ਨੇ। ਸਰਕਾਰੀ ਬੱਸਾਂ ਨੂੰ ਵੀ ਅੱਗ ਲਗਾਈ ਗਈ ਹੈ। ਮਥੁਰਾ ਦੀ ਇਹ ਖਬਰ ਹੈ ਜਿੱਥੇ ਮਥੁਰਾ ਦੇ ਵਿੱਚ ਸਰਕਾਰੀ ਬੱਸ ਨੂੰ ਵੀ ਅੱਗ ਲਗਾਉਣ ਦੀ ਖਬਰ ਆਈ ਹੈ। ਯੂਪੀ, ਬਿਹਾਰ ਦੇ ਵਿੱਚ ਇੰਨਾ ਜ਼ਿਆਦਾ ਭੜਕਿਆ ਹੋਇਆ ਅੰਦੋਲਨ ਕਿ ਜਿਹੜੇ ਨੌਜਵਾਨ ਨੇ ਲਗਾਤਾਰ ਰੇਲ ਗੱਡੀਆਂ ਤੇ ਸਰਕਾਰੀ ਸੰਪत्ति ਨੂੰ ਅੱਗ ਲਗਾ ਰਹੇ ਨੇ। ਨੌਜਵਾਨਾਂ ਦਾ ਕਹਿਣਾ ਕਿ ਪਿਛਲੇ 2 ਸਾਲ ਤੋਂ ਜਦੋਂ ਦੀ ਭਰਤੀ ਬੰਦ ਹੈ ਅਸੀਂ ਲਗਾਤਾਰ ਆਪਣੀ ਮਿਹਨਤ ਕਰ ਰਹੇ ਹਾਂ, ਲਗਾਤਾਰ ਸਰੀਰਕ ਪੱਖੋਂ ਇਸ ਜਿਹੜੀ ਇਹ ਭਰਤੀ ਪ੍ਰਕਿਰਿਆ ਹੁੰਦੀ ਹੈ, ਰੈਲੀ ਭਰਤੀ ਹੁੰਦੀ ਹੈ, ਉਸ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ, ਸਰੀਰਕ ਟੈਸਟ ਹੁੰਦਾ ਹੈ ਔਰ ਲਿਖਤੀ ਟੈਸਟ ਹੁੰਦਾ, ਉਸ ਨੂੰ ਪਾਸ ਕਰਨ ਦੀ ਤਿਆਰੀ ਨੌਜਵਾਨ ਕਰ ਰਹੇ ਨੇ। ਪਰ ਕੇਂਦਰ ਸਰਕਾਰ ਵੱਲੋਂ ਇੱਕਦਮ ਫੌਜ ਦੀ ਭਰਤੀ ਬੰਦ ਕਰ ਦੇਣਾ ਔਰ ਸਿਰਫ ਇੱਕ 4 ਸਾਲ ਦੀ ਇਹ ਭਰਤੀ ਕਰਨਾ ਜਿਸ ਨੂੰ ਠੇਕੇ ਦੀ ਭਰਤੀ ਵੀ ਆਪਾਂ ਕਹਿ ਸਕਦੇ ਹਾਂ, ਬਹੁਤ ਹੀ ਘੱਟ ਤਨਖਾਹ 30,000 ਦੇ ਤਕਰੀਬਨ, ਉਹਦੇ ਵਿੱਚੋਂ ਵੀ 30% ਹਰ ਮਹੀਨੇ ਕੱਟਿਆ ਜਾਇਆ ਕਰੇਗਾ ਤੇ ਜਦੋਂ ਉਹ 4 ਸਾਲ ਦੀ ਸੇਵਾ ਪੂਰੀ ਕਰਕੇ ਰਿਟਾਇਰ ਹੋਏਗਾ ਅਗਨੀਵੀਰ ਤਾਂ ਉਸ ਨੂੰ 10 ਤੋਂ 12 ਲੱਖ ਰੁਪਏ ਮਿਲਣਗੇ। ਉਹ ਉਹੀ ਹੋਣਗੇ ਜਿਹੜੇ ਉਸ ਦੀ ਤਨਖਾਹ ਦੇ ਵਿੱਚੋਂ ਕੱਟੇ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੌਜਵਾਨਾਂ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਜਾ ਰਿਹਾ, ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ ਔਰ ਕਈ ਜਗ੍ਹਾ ਤੇ ਸਰਕਾਰੀ ਬੱਸਾਂ ਵੀ ਫੂਕੀਆਂ ਜਾ ਰਹੀਆਂ ਨੇ। ਮਥੁਰਾ ਦੇ ਵਿੱਚ ਨੌਜਵਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਟ੍ਰੇਨਾਂ ਨੂੰ ਅੱਗ ਲਗਾਈ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਇਹ ਭਖ ਸਕਦਾ ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਅਗਨੀਪਥ ਜੋ ਕੇਂਦਰ ਸਰਕਾਰ ਦੀ ਨਵੀਂ ਆਰਮੀ ਭਰਤੀ
ਭਰਤੀ ਤਕਨੀਕ ਹੈ, ਇਸ ਨੂੰ ਠੇਕੇ ਦੀ ਭਰਤੀ ਕਹਿ ਕੇ ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਨੌਜਵਾਨ ਕਿਸ ਤਰ੍ਹਾਂ ਅੱਗਾਂ ਲਗਾ ਰਹੇ ਹੈ ਟ੍ਰੇਨ ਨੂੰ ਅੱਗ ਲੱਗੀ ਹੋਈ ਹੈ। ਲਗਾਤਾਰ ਨੌਜਵਾਨਾਂ 'ਤੇ ਲਾਠੀ ਚਾਰਜ ਵੀ ਕੀਤਾ ਜਾ ਰਿਹਾ, ਕਈ ਥਾਵਾਂ 'ਤੇ ਪੁਲਿਸ ਵੱਲੋਂ ਨੌਜਵਾਨਾਂ 'ਤੇ ਲਾਠੀ ਚਾਰਜ ਵੀ ਕੀਤਾ ਗਿਆ ਹੈ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਯੂਪੀ ਔਰ ਬਿਹਾਰ ਦੇ ਵਿੱਚੋਂ ਇਹ ਤਸਵੀਰਾਂ ਆਈਆਂ ਨੇ, ਕਿਉਂਕਿ ਖਾਸ ਕਰਕੇ ਆਰਮੀ ਦੇ ਵਿੱਚ ਬਿਹਾਰ ਦੀ ਗੱਲ ਕਰੀਏ ਤਾਂ ਆਪਾਂ ਨੌਜਵਾਨਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕੋ ਹੀ ਸਾਫ਼ ਰਾਹ ਦਿਖਦਾ ਸੀਗਾ, ਫੌਜ ਦੇ ਵਿੱਚ ਭਰਤੀ ਹੋ ਕੇ ਵਧੀਆ ਤਨਖਾਹ ਲੈਣਾ, ਕਿਉਂਕਿ ਬਿਨਾਂ ਸਿਫਾਰਸ਼ ਤੋਂ ਆਪਣੀ ਸਰੀਰਕ ਬਲ ਸਰੀਰਕ ਮਿਹਨਤ ਦੇ ਜ਼ਰੀਏ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਸੀ। ਪਰ ਹੁਣ ਸਰਕਾਰ ਵੱਲੋਂ ਸਿੱਧੀ ਫੌਜੀ ਭਰਤੀ ਬੰਦ ਕਰਕੇ ਅਗਨੀਪਥ ਨਾਂ ਦੀ ਸਕੀਮ ਨੂੰ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ। ਨੌਜਵਾਨ ਲਗਾਤਾਰ ਅੱਗ ਲਗਾ ਰਹੇ ਨੇ, ਵੱਡੇ ਪੱਧਰ 'ਤੇ ਬੱਸਾਂ ਰੋਕੀਆਂ ਜਾ ਰਹੀਆਂ ਨੇ ਔਰ ਨੌਜਵਾਨਾਂ 'ਤੇ ਲਾਠੀ ਚਾਰਜ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ। ਕੇਂਦਰ ਸਰਕਾਰ ਵੱਲੋਂ ਫੌਜ ਦੀ ਤਿੰਨੋਂ ਅੰਗ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਵਿੱਚ ਹੁਣ ਸਿੱਧੀ ਭਰਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਵੇਂ ਪਹਿਲਾਂ ਅਲੱਗ-ਅਲੱਗ ਭਾਗਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਕੇ ਲਗਾਤਾਰ 14-15 ਸਾਲ ਸੇਵਾ ਕਰਦੇ ਸੀ ਤੇ ਚੰਗੀ ਤਨਖਾਹ ਲੈ ਕੇ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਵੀ ਪ੍ਰਾਪਤ ਕਰਦੇ ਸੀ। ਪਰ ਹੁਣ ਜਦੋਂ ਦਾ ਕੇਂਦਰ ਸਰਕਾਰ ਨੇ ਪਹਿਲਾਂ ਫੌਜ ਦੀ ਭਰਤੀ ਬੰਦ ਕੀਤੀ, ਜਦੋਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਫੌਜ ਦੀ ਭਰਤੀ ਬੰਦ ਕੀਤੀ ਹੈ ਤੇ ਹੁਣ ਇੱਕਦਮ ਫੌਜ ਦੀ ਭਰਤੀ ਸ਼ੁਰੂ ਕਰਨ ਦੀ ਬਜਾਏ ਇਹਨਾਂ ਨੇ ਇੱਕ ਨਵੀਂ ਤਕਨੀਕ ਲੈ ਕੇ ਆਏ ਨੇ, ਨਵੀਂ ਭਰਤੀ ਲੈ ਕੇ ਆਏ ਨੇ ਜਿਸ ਨੂੰ ਅਗਨੀਪਥ ਦਾ ਨਾਂ ਦਿੱਤਾ ਗਿਆ ਤੇ ਅਗਨੀਵੀਰ ਉਹਨਾਂ ਜਵਾਨਾਂ ਦਾ ਨਾਮ ਰੱਖਿਆ ਜਾਏਗਾ ਜਿਹੜੇ ਇਸ ਭਰਤੀ ਦੇ ਰਾਹੀਂ ਆਰਮੀ ਦੇ ਵਿੱਚ ਜਾਣਗੇ। 4 ਸਾਲ ਦੀ ਸੇਵਾ ਦਾ ਸਮਾਂ ਰੱਖਿਆ ਗਿਆ ਹੈ ਕਿ ਸਿਰਫ 4 ਸਾਲ ਆਰਮੀ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਸਿਰਫ 4 ਸਾਲ ਲਈ ਸੇਵਾ ਕੀਤੀ ਜਾ ਸਕੇਗੀ ਔਰ ਜਿਹੜੀ ਇਹਦੀ ਤਨਖਾਹ ਹੈ ਉਹ ਵੀ ਕਾਫੀ ਘੱਟ ਰੱਖੀ ਗਈ ਹੈ। 30,000 ਤੋਂ 40,000 ਤੱਕ ਤਨਖਾਹ ਹੈ ਤੇ ਉਹਦੇ 'ਚੋਂ ਹਰ ਮਹੀਨੇ 30% ਕੱਟ ਕੇ ਜਿਸ ਆਪਾਂ ਕਹਿ ਦਈਏ ਕਿ ਉਸ ਨੂੰ 30% ਕੱਟਣ ਤੋਂ ਬਾਅਦ ਜਦੋਂ ਰਿਟਾਇਰ ਹੋਏਗਾ ਉਹ ਅਗਨੀਵੀਰ ਤਾਂ 4 ਸਾਲ ਬਾਅਦ ਉਸ ਨੂੰ 10 ਤੋਂ 12 ਲੱਖ ਰੁਪਏ ਦੇ ਰੂਪ ਦੇ ਵਿੱਚ ਉਹ ਵਾਪਸ ਦੇ ਦਿੱਤੇ ਜਾਣਗੇ। ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਭਾਗਾਂ ਜਿਵੇਂ ਬਿਹਾਰ, ਯੂਪੀ, ਆਂਧਰਾ, ਕਈ ਰਾਜਾਂ ਦੇ ਵਿੱਚ ਨੌਜਵਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰੇਲ ਗੱਡੀਆਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਨੇ, ਹੋਰ ਵੀ ਬਹੁਤ ਸਾਰੇ ਸਰਕਾਰੀ ਜਿਹੜੇ ਤੰਤਰ ਹੈ ਉਸ ਨੂੰ ਅੱਗ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਨੌਜਵਾਨਾਂ 'ਚ ਇਸ ਚੀਜ਼ ਨੂੰ ਲੈ ਕੇ ਕਾਫੀ ਗੁੱਸੇ ਦੀ ਭਾਵਨਾ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ, ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਫੌਜ ਦੇ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਸੀ ਔਰ ਲਗਾਤਾਰ ਕਾਫੀ ਟਾਈਮ ਤੋਂ ਜਿਹੜੇ ਨੌਜਵਾਨ ਨੇ ਉਹ ਤਿਆਰੀ ਕਰ ਰਹੇ ਸੀ ਕਿਉਂਕਿ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਫੌਜ ਦੀ ਭਰਤੀ ਬੰਦ ਸੀ ਔਰ ਨੌਜਵਾਨ ਜਿਹੜੇ ਫੌਜ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਸੰਵਾਰਨਾ ਚਾਹੁੰਦੇ ਸੀ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀ ਉਹ ਲਗਾਤਾਰ ਸਰੀਰਕ ਮਿਹਨਤ ਕਰ ਰਹੇ ਸੀ ਤਾਂ ਜੋ ਫੌਜ ਦੀ ਭਰਤੀ ਦੀ ਜਿਹੜੀਆਂ ਉਹਨਾਂ ਦੀਆਂ ਯੋਗਤਾ ਹੁੰਦੀ ਉਹਨੂੰ ਕਲੀਅਰ ਕਰ ਸਕਣ, ਜਿਹੜੇ ਟੈਸਟ ਹੁੰਦੇ ਨੇ ਉਸ ਨੂੰ ਕਲੀਅਰ ਕਰ ਸਕਣ। ਪਰ ਅਚਾਨਕ ਕੇਂਦਰ ਸਰਕਾਰ ਵੱਲੋਂ ਜਿਹੜੀ ਫੌਜ ਦੇ ਪੁਰਾਣੀ ਭਰਤੀ ਸੀ ਉਸ ਨੂੰ ਬੰਦ ਕਰਕੇ ਇੱਕ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਕਿ ਜਿਹੜੀ ਸਿਰਫ 4 ਸਾਲ ਲਈ ਹੋਏਗੀ। ਇਹਦਾ ਨਾਂ ਵੀ ਮਤਲਬ ਅਗਨੀਪਥ ਰੱਖਿਆ ਗਿਆ ਹੈ ਔਰ ਜਿਹੜੇ ਜਿੱਦਾਂ ਆਪਾਂ ਪਹਿਲਾਂ ਆਰਮੀ ਦੇ ਵਿੱਚ ਜੋ ਵੀ ਜਵਾਨ ਜਾਂਦੇ ਸੀ ਉਹਨਾਂ ਨੂੰ ਫੌਜੀ ਕਹਿੰਦੇ ਸੀ, ਇਸ ਤਰ੍ਹਾਂ ਜਿਹੜੇ ਅਗਨੀਪਥ ਦੇ ਵਿੱਚ ਭਰਤੀ ਹੋਣਗੇ ਉਹਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਜਾਏਗਾ। ਇਸ ਚੀਜ਼ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਹੈ। ਤੁਸੀਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਗਜ਼ਨੀ ਦੀਆਂ ਖਬਰਾਂ ਆ ਰਹੀਆਂ ਨੇ, ਜਗ੍ਹਾ ਜਗ੍ਹਾ ਅੱਗ ਲਗਾਈ ਜਾ ਰਹੀ ਹੈ, ਨੌਜਵਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖਾਸ ਕਰਕੇ ਰੇਲਵੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਗੱਡੀਆਂ ਨੂੰ ਥਾਂ-ਥਾਂ ਅੱਗ ਲਗਾਈ ਜਾ ਰਹੀ ਹੈ। ਦੇਸ਼ ਦੇ ਜਿਹੜਾ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਬਿਹਾਰ ਦੇ ਵਿੱਚੋਂ ਕਿਉਂਕਿ ਰੋਜ਼ਗਾਰ ਦੀ ਕਮੀ ਬਹੁਤ ਹੋਣ ਕਾਰਨ ਬਿਹਾਰ ਤੋਂ ਜ਼ਿਆਦਾਤਰ ਨੌਜਵਾਨ ਸਿਰਫ ਉਹਨਾਂ ਦਾ ਇੱਕੋ ਹੀ ਸਹਾਰਾ ਹੁੰਦਾ ਸੀ ਕਿ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਏ। ਅੱਜ ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਨੌਜਵਾਨਾਂ ਵੱਲੋਂ, ਜਗ੍ਹਾ ਜਗ੍ਹਾ ਤੇ ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਸਪਸ਼ਟ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਰੇਲ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਤੇ ਕਈ ਥਾਵਾਂ ਤੇ ਲਾਠੀ ਚਾਰਜ ਹੋਣ ਦੀਆਂ ਵੀ ਖਬਰਾਂ ਨੇ। ਸਰਕਾਰੀ ਬੱਸਾਂ ਨੂੰ ਵੀ ਅੱਗ ਲਗਾਈ ਗਈ ਹੈ। ਮਥੁਰਾ ਦੀ ਇਹ ਖਬਰ ਹੈ ਜਿੱਥੇ ਮਥੁਰਾ ਦੇ ਵਿੱਚ ਸਰਕਾਰੀ ਬੱਸ ਨੂੰ ਵੀ ਅੱਗ ਲਗਾਉਣ ਦੀ ਖਬਰ ਆਈ ਹੈ। ਯੂਪੀ, ਬਿਹਾਰ ਦੇ ਵਿੱਚ ਇੰਨਾ ਜ਼ਿਆਦਾ ਭੜਕਿਆ ਹੋਇਆ ਅੰਦੋਲਨ ਕਿ ਜਿਹੜੇ ਨੌਜਵਾਨ ਨੇ ਲਗਾਤਾਰ ਰੇਲ ਗੱਡੀਆਂ ਤੇ ਸਰਕਾਰੀ ਸੰਪत्ति ਨੂੰ ਅੱਗ ਲਗਾ ਰਹੇ ਨੇ। ਨੌਜਵਾਨਾਂ ਦਾ ਕਹਿਣਾ ਕਿ ਪਿਛਲੇ 2 ਸਾਲ ਤੋਂ ਜਦੋਂ ਦੀ ਭਰਤੀ ਬੰਦ ਹੈ ਅਸੀਂ ਲਗਾਤਾਰ ਆਪਣੀ
ਮਿਹਨਤ ਕਰ ਰਹੇ ਹਾਂ ਲਗਾਤਾਰ ਸਰੀਰਕ ਪੱਖੋਂ। ਇਸ ਜਿਹੜੀ ਇਹ ਭਰਤੀ ਪ੍ਰਕਿਰਿਆ ਹੁੰਦੀ ਹੈ, ਰੈਲੀ ਭਰਤੀ ਹੁੰਦੀ ਹੈ, ਉਸ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ, ਸਰੀਰਕ ਟੈਸਟ ਹੁੰਦਾ ਹੈ ਔਰ ਲਿਖਤੀ ਟੈਸਟ ਹੁੰਦਾ, ਉਸ ਨੂੰ ਪਾਸ ਕਰਨ ਦੀ ਤਿਆਰੀ ਨੌਜਵਾਨ ਕਰ ਰਹੇ ਨੇ। ਪਰ ਕੇਂਦਰ ਸਰਕਾਰ ਵੱਲੋਂ ਇੱਕਦਮ ਫੌਜ ਦੀ ਭਰਤੀ ਬੰਦ ਕਰ ਦੇਣਾ ਔਰ ਸਿਰਫ ਇੱਕ 4 ਸਾਲ ਦੀ ਇਹ ਭਰਤੀ ਕਰਨਾ, ਜਿਸ ਨੂੰ ਠੇਕੇ ਦੀ ਭਰਤੀ ਵੀ ਆਪਾਂ ਕਹਿ ਸਕਦੇ ਹਾਂ। ਬਹੁਤ ਹੀ ਘੱਟ ਤਨਖਾਹ 30,000 ਦੇ ਤਕਰੀਬਨ, ਉਹਦੇ ਵਿੱਚੋਂ ਵੀ 30% ਹਰ ਮਹੀਨੇ ਕੱਟਿਆ ਜਾਇਆ ਕਰੇਗਾ ਤੇ ਜਦੋਂ ਉਹ 4 ਸਾਲ ਦੀ ਸੇਵਾ ਪੂਰੀ ਕਰਕੇ ਰਿਟਾਇਰ ਹੋਏਗਾ ਅਗਨੀਵੀਰ, ਤਾਂ ਉਸ ਨੂੰ 10 ਤੋਂ 12 ਲੱਖ ਰੁਪਏ ਮਿਲਣਗੇ। ਉਹ ਉਹੀ ਹੋਣਗੇ ਜਿਹੜੇ ਉਸ ਦੀ ਤਨਖਾਹ ਦੇ ਵਿੱਚੋਂ ਕੱਟੇ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੌਜਵਾਨਾਂ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਜਾ ਰਿਹਾ। ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ ਔਰ ਕਈ ਜਗ੍ਹਾ ਤੇ ਸਰਕਾਰੀ ਬੱਸਾਂ ਵੀ ਫੂਕੀਆਂ ਜਾ ਰਹੀਆਂ ਨੇ। ਮਥੁਰਾ ਦੇ ਵਿੱਚ ਨੌਜਵਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਟ੍ਰੇਨਾਂ ਨੂੰ ਅੱਗ ਲਗਾਈ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਇਹ ਭਖ ਸਕਦਾ, ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਅਗਨੀਪਥ ਜੋ ਕੇਂਦਰ ਸਰਕਾਰ ਦੀ ਨਵੀਂ ਆਰਮੀ ਭਰਤੀ ਤਕਨੀਕ ਹੈ, ਇਸ ਨੂੰ ਠੇਕੇ ਦੀ ਭਰਤੀ ਕਹਿ ਕੇ ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਨੌਜਵਾਨ ਕਿਸ ਤਰ੍ਹਾਂ ਅੱਗਾਂ ਲਗਾ ਰਹੇ ਹੈ ਟ੍ਰੇਨ ਨੂੰ ਅੱਗ ਲੱਗੀ ਹੋਈ ਹੈ। ਲਗਾਤਾਰ ਨੌਜਵਾਨਾਂ ਤੇ ਲਾਠੀ ਚਾਰਜ ਵੀ ਕੀਤਾ ਜਾ ਰਿਹਾ। ਕਈ ਥਾਵਾਂ ਤੇ ਪੁਲਿਸ ਵੱਲੋਂ ਨੌਜਵਾਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਯੂਪੀ ਔਰ ਬਿਹਾਰ ਦੇ ਵਿੱਚੋਂ ਇਹ ਤਸਵੀਰਾਂ ਆਈਆਂ ਨੇ, ਕਿਉਂਕਿ ਖਾਸ ਕਰਕੇ ਆਰਮੀ ਦੇ ਵਿੱਚ ਬਿਹਾਰ ਦੀ ਗੱਲ ਕਰੀਏ ਤਾਂ ਆਪਾਂ ਨੌਜਵਾਨਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕੋ ਹੀ ਸਾਫ਼ ਰਾਹ ਦਿਖਦਾ ਸੀਗਾ, ਫੌਜ ਦੇ ਵਿੱਚ ਭਰਤੀ ਹੋ ਕੇ ਵਧੀਆ ਤਨਖਾਹ ਲੈਣਾ, ਕਿਉਂਕਿ ਬਿਨਾਂ ਸਿਫਾਰਸ਼ ਤੋਂ ਆਪਣੀ ਸਰੀਰਕ ਬਲ, ਸਰੀਰਕ ਮਿਹਨਤ ਦੇ ਜ਼ਰੀਏ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਸੀ। ਪਰ ਹੁਣ ਸਰਕਾਰ ਵੱਲੋਂ ਸਿੱਧੀ ਫੌਜੀ ਭਰਤੀ ਬੰਦ ਕਰਕੇ ਅਗਨੀਪਥ ਨਾਂ ਦੀ ਸਕੀਮ ਨੂੰ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ। ਨੌਜਵਾਨ ਲਗਾਤਾਰ ਅੱਗ ਲਗਾ ਰਹੇ ਨੇ, ਵੱਡੇ ਪੱਧਰ ਤੇ ਬੱਸਾਂ ਰੋਕੀਆਂ ਜਾ ਰਹੀਆਂ ਨੇ ਔਰ ਨੌਜਵਾਨਾਂ ਤੇ ਲਾਠੀ ਚਾਰਜ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ। ਕੇਂਦਰ ਸਰਕਾਰ ਵੱਲੋਂ ਫੌਜ ਦੀ ਤਿੰਨੋਂ ਵੰਗ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਵਿੱਚ ਹੁਣ ਸਿੱਧੀ ਭਰਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਵੇਂ ਪਹਿਲਾਂ ਅਲੱਗ-ਅਲੱਗ ਭਾਗਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਕੇ ਲਗਾਤਾਰ 14-15 ਸਾਲ ਸੇਵਾ ਕਰਦੇ ਸੀ ਤੇ ਚੰਗੀ ਤਨਖਾਹ ਲੈ ਕੇ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਵੀ ਪ੍ਰਾਪਤ ਕਰਦੇ ਸੀ। ਪਰ ਹੁਣ ਜਦੋਂ ਦਾ ਕੇਂਦਰ ਸਰਕਾਰ ਨੇ ਪਹਿਲਾਂ ਫੌਜ ਦੀ ਭਰਤੀ ਬੰਦ ਕੀਤੀ, ਜਦੋਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਫੌਜ ਦੀ ਭਰਤੀ ਬੰਦ ਕੀਤੀ ਹੈ ਤੇ ਹੁਣ ਇੱਕਦਮ ਫੌਜ ਦੀ ਭਰਤੀ ਸ਼ੁਰੂ ਕਰਨ ਦੀ ਬਜਾਏ ਇਹਨਾਂ ਨੇ ਇੱਕ ਨਵੀਂ ਤਕਨੀਕ ਲੈ ਕੇ ਆਏ ਨੇ, ਨਵੀਂ ਭਰਤੀ ਲੈ ਕੇ ਆਏ ਨੇ, ਜਿਸ ਨੂੰ ਅਗਨੀਪਥ ਦਾ ਨਾਂ ਦਿੱਤਾ ਗਿਆ ਤੇ ਅਗਨੀਵੀਰ ਉਹਨਾਂ ਜਵਾਨਾਂ ਦਾ ਨਾਮ ਰੱਖਿਆ ਜਾਏਗਾ ਜਿਹੜੇ ਇਸ ਭਰਤੀ ਦੇ ਰਾਹੀਂ ਆਰਮੀ ਦੇ ਵਿੱਚ ਜਾਣਗੇ। 4 ਸਾਲ ਦੀ ਸੇਵਾ ਦਾ ਸਮਾਂ ਰੱਖਿਆ ਗਿਆ ਹੈ ਕਿ ਸਿਰਫ 4 ਸਾਲ ਆਰਮੀ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਸਿਰਫ 4 ਸਾਲ ਹੀ ਸੇਵਾ ਕੀਤੀ ਜਾ ਸਕੇਗੀ ਔਰ ਜਿਹੜੀ ਇਹਦੀ ਤਨਖਾਹ ਹੈ ਉਹ ਵੀ ਕਾਫੀ ਘੱਟ ਰੱਖੀ ਗਈ ਹੈ। 30,000 ਤੋਂ 40,000 ਤੱਕ ਤਨਖਾਹ ਹੈ ਤੇ ਉਹਦੇ 'ਚੋਂ ਹਰ ਮਹੀਨੇ 30% ਕੱਟ ਕੇ ਜਿਸ ਆਪਾਂ ਕਹਿ ਦਈਏ ਕਿ ਉਸ ਨੂੰ 30% ਕੱਟਣ ਤੋਂ ਬਾਅਦ ਜਦੋਂ ਰਿਟਾਇਰ ਹੋਏਗਾ ਉਹ ਅਗਨੀਵੀਰ, ਤਾਂ 4 ਸਾਲ ਬਾਅਦ ਉਸ ਨੂੰ 10 ਤੋਂ 12 ਲੱਖ ਰੁਪਏ ਦੇ ਰੂਪ ਦੇ ਵਿੱਚ ਉਹ ਵਾਪਸ ਦੇ ਦਿੱਤੇ ਜਾਣਗੇ। ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਭਾਗਾਂ ਜਿਵੇਂ ਬਿਹਾਰ, ਯੂਪੀ, ਆਂਧਰਾ, ਕਈ ਰਾਜਾਂ ਦੇ ਵਿੱਚ ਨੌਜਵਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਰੇਲ ਗੱਡੀਆਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਨੇ। ਹੋਰ ਵੀ ਬਹੁਤ ਸਾਰੇ ਸਰਕਾਰੀ ਜਿਹੜੇ ਤੰਤਰ ਹੈ ਉਸ ਨੂੰ ਅੱਗ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਨੌਜਵਾਨਾਂ 'ਚ ਇਸ ਚੀਜ਼ ਨੂੰ ਲੈ ਕੇ ਕਾਫੀ ਗੁੱਸੇ ਦੀ ਭਾਵਨਾ ਹੈ, ਕਿਉਂਕਿ ਬਹੁਤ ਸਾਰੇ ਨੌਜਵਾਨ, ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਫੌਜ ਦੇ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਸੀ ਔਰ ਲਗਾਤਾਰ ਕਾਫੀ ਟਾਈਮ ਤੋਂ ਜਿਹੜੇ ਨੌਜਵਾਨ ਨੇ ਉਹ ਤਿਆਰੀ ਕਰ ਰਹੇ ਸੀ, ਕਿਉਂਕਿ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਫੌਜ ਦੀ ਭਰਤੀ ਬੰਦ ਸੀ ਔਰ ਨੌਜਵਾਨ ਜਿਹੜੇ ਫੌਜ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਸੰਵਾਰਨਾ ਚਾਹੁੰਦੇ ਸੀ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀ, ਉਹ ਲਗਾਤਾਰ ਸਰੀਰਕ ਮਿਹਨਤ ਕਰ ਰਹੇ ਸੀ ਤਾਂ ਜੋ ਫੌਜ ਦੀ ਭਰਤੀ ਦੀ ਜਿਹੜੀਆਂ ਉਹਨਾਂ ਦੀਆਂ ਯੋਗਤਾ ਹੁੰਦੀ ਹੈ ਉਹਨੂੰ ਕਲੀਅਰ ਕਰ ਸਕਣ, ਜਿਹੜੇ ਟੈਸਟ ਹੁੰਦੇ ਨੇ ਉਸ ਨੂੰ ਕਲੀਅਰ ਕਰ ਸਕਣ। ਪਰ ਅਚਾਨਕ ਕੇਂਦਰ ਸਰਕਾਰ ਵੱਲੋਂ ਜਿਹੜੀ ਫੌਜ ਦੇ ਪੁਰਾਣੀ ਭਰਤੀ ਸੀ ਉਸ ਨੂੰ ਬੰਦ ਕਰਕੇ ਇੱਕ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਕਿ ਜਿਹੜੀ ਸਿਰਫ 4 ਸਾਲ ਲਈ ਹੋਏਗੀ। ਇਹਦਾ ਨਾਂ ਵੀ ਮਤਲਬ ਅਗਨੀਪਥ ਰੱਖਿਆ ਗਿਆ ਔਰ ਜਿਹੜੇ ਜਿੱਦਾਂ ਆਪਾਂ ਪਹਿਲਾਂ ਆਰਮੀ ਦੇ ਵਿੱਚ ਜੋ ਵੀ ਜਵਾਨ ਜਾਂਦੇ ਸੀ ਉਹਨਾਂ ਨੂੰ ਫੌਜੀ ਕਹਿੰਦੇ ਸੀ, ਇਸ ਤਰ੍ਹਾਂ ਜਿਹੜੇ ਅਗਨੀਪਥ ਦੇ ਵਿੱਚ ਭਰਤੀ ਹੋਣਗੇ ਉਹਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਜਾਏਗਾ। ਇਸ ਚੀਜ਼ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਹੈ। ਤੁਸੀਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਗਜ਼ਨੀ ਦੀਆਂ ਖਬਰਾਂ ਆ ਰਹੀਆਂ ਨੇ, ਜਗ੍ਹਾ ਜਗ੍ਹਾ ਅੱਗ ਲਗਾਈ ਜਾ ਰਹੀ ਹੈ ਨੌਜਵਾਨਾਂ ਵੱਲੋਂ।
ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖਾਸ ਕਰਕੇ ਰੇਲਵੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਗੱਡੀਆਂ ਨੂੰ ਥਾਂ ਥਾਂ ਅੱਗ ਲਗਾਈ ਜਾ ਰਹੀ ਹੈ। ਦੇਸ਼ ਦੇ ਜਿਹੜਾ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਬਿਹਾਰ ਦੇ ਵਿੱਚੋਂ ਕਿਉਂਕਿ ਰੋਜ਼ਗਾਰ ਦੀ ਕਮੀ ਬਹੁਤ ਹੋਣ ਕਾਰਨ ਬਿਹਾਰ ਤੋਂ ਜ਼ਿਆਦਾਤਰ ਨੌਜਵਾਨ ਸਿਰਫ ਉਹਨਾਂ ਦਾ ਇੱਕੋ ਹੀ ਸਹਾਰਾ ਹੁੰਦਾ ਸੀ ਕਿ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਏ। ਅੱਜ ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਨੌਜਵਾਨਾਂ ਵੱਲੋਂ। ਜਗ੍ਹਾ ਜਗ੍ਹਾ ਤੇ ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਸਪਸ਼ਟ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਰੇਲ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਤੇ ਕਈ ਥਾਵਾਂ ਤੇ ਲਾਠੀ ਚਾਰਜ ਹੋਣ ਦੀਆਂ ਵੀ ਖਬਰਾਂ ਨੇ। ਸਰਕਾਰੀ ਬੱਸਾਂ ਨੂੰ ਵੀ ਅੱਗ ਲਗਾਈ ਗਈ ਹੈ। ਮਥੁਰਾ ਦੀ ਇਹ ਖਬਰ ਹੈ ਜਿੱਥੇ ਮਥੁਰਾ ਦੇ ਵਿੱਚ ਸਰਕਾਰੀ ਬੱਸ ਨੂੰ ਵੀ ਅੱਗ ਲਗਾਉਣ ਦੀ ਖਬਰ ਆਈ ਹੈ। ਯੂਪੀ ਬਿਹਾਰ ਦੇ ਵਿੱਚ ਇੰਨਾ ਜ਼ਿਆਦਾ ਭੜਕਿਆ ਹੋਇਆ ਅੰਦੋਲਨ ਕਿ ਜਿਹੜੇ ਨੌਜਵਾਨ ਨੇ ਲਗਾਤਾਰ ਰੇਲ ਗੱਡੀਆਂ ਤੇ ਸਰਕਾਰੀ ਸੰਪत्ति ਨੂੰ ਅੱਗ ਲਗਾ ਰਹੇ ਨੇ। ਨੌਜਵਾਨਾਂ ਦਾ ਕਹਿਣਾ ਕਿ ਪਿਛਲੇ 2 ਸਾਲ ਤੋਂ ਜਦੋਂ ਦੀ ਭਰਤੀ ਬੰਦ ਹੈ ਅਸੀਂ ਲਗਾਤਾਰ ਆਪਣੀ ਮਿਹਨਤ ਕਰ ਰਹੇ ਹਾਂ। ਲਗਾਤਾਰ ਸਰੀਰਕ ਪੱਖੋਂ ਇਸ ਜਿਹੜੀ ਇਹ ਭਰਤੀ ਪ੍ਰਕਿਰਿਆ ਹੁੰਦੀ ਹੈ, ਰੈਲੀ ਭਰਤੀ ਹੁੰਦੀ ਹੈ, ਉਸ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ, ਸਰੀਰਕ ਟੈਸਟ ਹੁੰਦਾ ਹੈ ਔਰ ਲਿਖਤੀ ਟੈਸਟ ਹੁੰਦਾ, ਉਸ ਨੂੰ ਪਾਸ ਕਰਨ ਦੀ ਤਿਆਰੀ ਨੌਜਵਾਨ ਕਰ ਰਹੇ ਨੇ। ਪਰ ਕੇਂਦਰ ਸਰਕਾਰ ਵੱਲੋਂ ਇੱਕਦਮ ਫੌਜ ਦੀ ਭਰਤੀ ਬੰਦ ਕਰ ਦੇਣਾ ਔਰ ਸਿਰਫ ਇੱਕ 4 ਸਾਲ ਦੀ ਇਹ ਭਰਤੀ ਕਰਨਾ, ਜਿਸ ਨੂੰ ਠੇਕੇ ਦੀ ਭਰਤੀ ਵੀ ਆਪਾਂ ਕਹਿ ਸਕਦੇ ਹਾਂ। ਬਹੁਤ ਹੀ ਘੱਟ ਤਨਖਾਹ 30,000 ਦੇ ਤਕਰੀਬਨ, ਉਹਦੇ ਵਿੱਚੋਂ ਵੀ 30% ਹਰ ਮਹੀਨੇ ਕੱਟਿਆ ਜਾਇਆ ਕਰੇਗਾ ਤੇ ਜਦੋਂ ਉਹ 4 ਸਾਲ ਦੀ ਸੇਵਾ ਪੂਰੀ ਕਰਕੇ ਰਿਟਾਇਰ ਹੋਏਗਾ ਅਗਨੀਵੀਰ ਤਾਂ ਉਸ ਨੂੰ 10 ਤੋਂ 12 ਲੱਖ ਰੁਪਏ ਮਿਲਣਗੇ। ਉਹ ਉਹੀ ਹੋਣਗੇ ਜਿਹੜੇ ਉਸ ਦੀ ਤਨਖਾਹ ਦੇ ਵਿੱਚੋਂ ਕੱਟੇ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੌਜਵਾਨਾਂ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਜਾ ਰਿਹਾ। ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ ਔਰ ਕਈ ਜਗ੍ਹਾ ਤੇ ਸਰਕਾਰੀ ਬੱਸਾਂ ਵੀ ਫੂਕੀਆਂ ਜਾ ਰਹੀਆਂ ਨੇ। ਮਥੁਰਾ ਦੇ ਵਿੱਚ ਨੌਜਵਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਟ੍ਰੇਨਾਂ ਨੂੰ ਅੱਗ ਲਗਾਈ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਇਹ ਭਖ ਸਕਦਾ ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਅਗਨੀਪਥ ਜੋ ਕੇਂਦਰ ਸਰਕਾਰ ਦੀ ਨਵੀਂ ਆਰਮੀ ਭਰਤੀ ਤਕਨੀਕ ਹੈ, ਇਸ ਨੂੰ ਠੇਕੇ ਦੀ ਭਰਤੀ ਕਹਿ ਕੇ ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਨੌਜਵਾਨ ਕਿਸ ਤਰ੍ਹਾਂ ਅੱਗਾਂ ਲਗਾ ਰਹੇ ਹੈ ਟ੍ਰੇਨਾਂ ਨੂੰ। ਟ੍ਰੇਨ ਨੂੰ ਅੱਗ ਲੱਗੀ ਹੋਈ ਹੈ। ਲਗਾਤਾਰ ਨੌਜਵਾਨਾਂ ਤੇ ਲਾਠੀ ਚਾਰਜ ਵੀ ਕੀਤਾ ਜਾ ਰਿਹਾ। ਕਈ ਥਾਵਾਂ ਤੇ ਪੁਲਿਸ ਵੱਲੋਂ ਨੌਜਵਾਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਯੂਪੀ ਔਰ ਬਿਹਾਰ ਦੇ ਵਿੱਚੋਂ ਇਹ ਤਸਵੀਰਾਂ ਆਈਆਂ ਨੇ ਕਿਉਂਕਿ ਖਾਸ ਕਰਕੇ ਆਰਮੀ ਦੇ ਵਿੱਚ ਬਿਹਾਰ ਦੀ ਗੱਲ ਕਰੀਏ ਤਾਂ ਆਪਾਂ ਨੌਜਵਾਨਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕੋ ਹੀ ਸਾਫ਼ ਰਾਹ ਦਿਖਦਾ ਸੀਗਾ, ਫੌਜ ਦੇ ਵਿੱਚ ਭਰਤੀ ਹੋ ਕੇ ਵਧੀਆ ਤਨਖਾਹ ਲੈਣਾ ਕਿਉਂਕਿ ਬਿਨਾਂ ਸਿਫਾਰਸ਼ ਤੋਂ ਆਪਣੀ ਸਰੀਰਕ ਬਲ, ਸਰੀਰਕ ਮਿਹਨਤ ਦੇ ਜ਼ਰੀਏ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਸੀ। ਪਰ ਹੁਣ ਸਰਕਾਰ ਵੱਲੋਂ ਸਿੱਧੀ ਫੌਜੀ ਭਰਤੀ ਬੰਦ ਕਰਕੇ ਅਗਨੀਪਥ ਨਾਂ ਦੀ ਸਕੀਮ ਨੂੰ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ। ਨੌਜਵਾਨ ਲਗਾਤਾਰ ਅੱਗ ਲਗਾ ਰਹੇ ਨੇ। ਵੱਡੇ ਪੱਧਰ ਤੇ ਬੱਸਾਂ ਰੋਕੀਆਂ ਜਾ ਰਹੀਆਂ ਨੇ ਔਰ ਨੌਜਵਾਨਾਂ ਤੇ ਲਾਠੀ ਚਾਰਜ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ। ਕੇਂਦਰ ਸਰਕਾਰ ਵੱਲੋਂ ਫੌਜ ਦੀ ਤਿੰਨੋਂ ਅੰਗ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਵਿੱਚ ਹੁਣ ਸਿੱਧੀ ਭਰਤੀ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਵੇਂ ਪਹਿਲਾਂ ਅਲੱਗ-ਅਲੱਗ ਭਾਗਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਕੇ ਲਗਾਤਾਰ 14-15 ਸਾਲ ਸੇਵਾ ਕਰਦੇ ਸੀ ਤੇ ਚੰਗੀ ਤਨਖਾਹ ਲੈ ਕੇ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਵੀ ਪ੍ਰਾਪਤ ਕਰਦੇ ਸੀ। ਪਰ ਹੁਣ ਜਦੋਂ ਦਾ ਕੇਂਦਰ ਸਰਕਾਰ ਨੇ ਪਹਿਲਾਂ ਫੌਜ ਦੀ ਭਰਤੀ ਬੰਦ ਕੀਤੀ, ਜਦੋਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ ਉਸ ਸਮੇਂ ਫੌਜ ਦੀ ਭਰਤੀ ਬੰਦ ਕੀਤੀ ਹੈ ਤੇ ਹੁਣ ਇੱਕਦਮ ਫੌਜ ਦੀ ਭਰਤੀ ਸ਼ੁਰੂ ਕਰਨ ਦੀ ਬਜਾਏ ਇਹਨਾਂ ਨੇ ਇੱਕ ਨਵੀਂ ਤਕਨੀਕ ਲੈ ਕੇ ਆਏ ਨੇ, ਨਵੀਂ ਭਰਤੀ ਲੈ ਕੇ ਆਏ ਨੇ ਜਿਸ ਨੂੰ ਅਗਨੀਪਥ ਦਾ ਨਾਂ ਦਿੱਤਾ ਗਿਆ ਤੇ ਅਗਨੀਵੀਰ ਉਹਨਾਂ ਜਵਾਨਾਂ ਦਾ ਨਾਮ ਰੱਖਿਆ ਜਾਏਗਾ ਜਿਹੜੇ ਇਸ ਭਰਤੀ ਦੇ ਰਾਹੀਂ ਆਰਮੀ ਦੇ ਵਿੱਚ ਜਾਣਗੇ। 4 ਸਾਲ ਦੀ ਸੇਵਾ ਦਾ ਸਮਾਂ ਰੱਖਿਆ ਗਿਆ ਹੈ ਕਿ ਸਿਰਫ 4 ਸਾਲ ਆਰਮੀ ਦੇ ਵਿੱਚ ਜੁਆਇਨ ਹੋਣ ਤੋਂ ਬਾਅਦ ਸਿਰਫ 4 ਸਾਲ ਲਈ ਸੇਵਾ ਕੀਤੀ ਜਾ ਸਕੇਗੀ ਔਰ ਜਿਹੜੀ ਇਹਦੀ ਤਨਖਾਹ ਹੈ ਉਹ ਵੀ ਕਾਫੀ ਘੱਟ ਰੱਖੀ ਗਈ ਹੈ। 30,000 ਤੋਂ 40,000 ਤੱਕ ਤਨਖਾਹ ਹੈ ਤੇ ਉਹਦੇ 'ਚੋਂ ਹਰ ਮਹੀਨੇ 30% ਕੱਟ ਕੇ ਜਿਸ ਆਪਾਂ ਕਹਿ ਦਈਏ ਕਿ ਉਸ ਨੂੰ 30% ਕੱਟਣ ਤੋਂ ਬਾਅਦ ਜਦੋਂ ਰਿਟਾਇਰ ਹੋਏਗਾ ਉਹ ਅਗਨੀਵੀਰ ਤਾਂ 4 ਸਾਲ ਬਾਅਦ ਉਸ ਨੂੰ 10 ਤੋਂ 12 ਲੱਖ ਰੁਪਏ ਦੇ ਰੂਪ ਦੇ ਵਿੱਚ ਉਹ ਵਾਪਸ ਦੇ ਦਿੱਤੇ ਜਾਣਗੇ। ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਭਾਗਾਂ ਜਿਵੇਂ ਬਿਹਾਰ, ਯੂਪੀ, ਆਂਧਰਾ, ਕਈ ਰਾਜਾਂ ਦੇ ਵਿੱਚ ਨੌਜਵਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਰੇਲ ਗੱਡੀਆਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਨੇ। ਹੋਰ ਵੀ ਬਹੁਤ ਸਾਰੇ ਸਰਕਾਰੀ ਜਿਹੜੇ ਤੰਤਰ ਹੈ ਉਸ ਨੂੰ ਅੱਗ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਨੌਜਵਾਨਾਂ 'ਚ ਇਸ ਚੀਜ਼ ਨੂੰ ਲੈ ਕੇ ਕਾਫੀ ਗੁੱਸੇ ਦੀ ਭਾਵਨਾ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ
ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਫੌਜ ਦੇ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਸੀ ਔਰ ਲਗਾਤਾਰ ਕਾਫੀ ਟਾਈਮ ਤੋਂ ਜਿਹੜੇ ਨੌਜਵਾਨ ਨੇ ਉਹ ਤਿਆਰੀ ਕਰ ਰਹੇ ਸੀ, ਕਿਉਂਕਿ ਕਰੋਨਾ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਸੀ ਉਸ ਸਮੇਂ ਤੋਂ ਫੌਜ ਦੀ ਭਰਤੀ ਬੰਦ ਸੀ ਔਰ ਨੌਜਵਾਨ ਜਿਹੜੇ ਫੌਜ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਸੰਵਾਰਨਾ ਚਾਹੁੰਦੇ ਸੀ ਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸੀ, ਉਹ ਲਗਾਤਾਰ ਸਰੀਰਕ ਮਿਹਨਤ ਕਰ ਰਹੇ ਸੀ ਤਾਂ ਜੋ ਫੌਜ ਦੀ ਭਰਤੀ ਦੀ ਜਿਹੜੀਆਂ ਉਹਨਾਂ ਦੀਆਂ ਯੋਗਤਾ ਹੁੰਦੀ ਉਹਨੂੰ ਕਲੀਅਰ ਕਰ ਸਕਣ, ਜਿਹੜੇ ਟੈਸਟ ਹੁੰਦੇ ਨੇ ਉਸ ਨੂੰ ਕਲੀਅਰ ਕਰ ਸਕਣ। ਪਰ ਅਚਾਨਕ ਕੇਂਦਰ ਸਰਕਾਰ ਵੱਲੋਂ ਜਿਹੜੀ ਫੌਜ ਦੇ ਪੁਰਾਣੀ ਭਰਤੀ ਸੀ ਉਸ ਨੂੰ ਬੰਦ ਕਰਕੇ ਇੱਕ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਕਿ ਜਿਹੜੀ ਸਿਰਫ 4 ਸਾਲ ਲਈ ਹੋਏਗੀ। ਇਹਦਾ ਨਾਂ ਵੀ ਮਤਲਬ ਅਗਨੀਪਥ ਰੱਖਿਆ ਗਿਆ ਔਰ ਜਿਹੜੇ ਜਿੱਦਾਂ ਆਪਾਂ ਪਹਿਲਾਂ ਆਰਮੀ ਦੇ ਵਿੱਚ ਜੋ ਵੀ ਜਵਾਨ ਜਾਂਦੇ ਸੀ ਉਹਨਾਂ ਨੂੰ ਫੌਜੀ ਕਹਿੰਦੇ ਸੀ, ਇਸ ਤਰ੍ਹਾਂ ਜਿਹੜੇ ਅਗਨੀਪਥ ਦੇ ਵਿੱਚ ਭਰਤੀ ਹੋਣਗੇ ਉਹਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਜਾਏਗਾ। ਇਸ ਚੀਜ਼ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਹੈ। ਤੁਸੀਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਗਜ਼ਨੀ ਦੀਆਂ ਖਬਰਾਂ ਆ ਰਹੀਆਂ ਨੇ, ਜਗ੍ਹਾ ਜਗ੍ਹਾ ਅੱਗ ਲਗਾਈ ਜਾ ਰਹੀ ਹੈ, ਨੌਜਵਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖਾਸ ਕਰਕੇ ਰੇਲਵੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਗੱਡੀਆਂ ਨੂੰ ਥਾਂ-ਥਾਂ ਅੱਗ ਲਗਾਈ ਜਾ ਰਹੀ ਹੈ। ਦੇਸ਼ ਦੇ ਜਿਹੜਾ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਬਿਹਾਰ ਦੇ ਵਿੱਚੋਂ ਕਿਉਂਕਿ ਰੋਜ਼ਗਾਰ ਦੀ ਕਮੀ ਬਹੁਤ ਹੋਣ ਕਾਰਨ ਬਿਹਾਰ ਤੋਂ ਜ਼ਿਆਦਾਤਰ ਨੌਜਵਾਨ ਸਿਰਫ ਉਹਨਾਂ ਦਾ ਇੱਕੋ ਹੀ ਸਹਾਰਾ ਹੁੰਦਾ ਸੀ ਕਿ ਫੌਜ ਦੇ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਏ। ਅੱਜ ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਨੌਜਵਾਨਾਂ ਵੱਲੋਂ, ਜਗ੍ਹਾ ਜਗ੍ਹਾ ਤੇ ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਸਪਸ਼ਟ ਦੇਖ ਸਕਦੇ ਹੋ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਰੇਲ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਤੇ ਕਈ ਥਾਵਾਂ ਤੇ ਲਾਠੀ ਚਾਰਜ ਹੋਣ ਦੀਆਂ ਵੀ ਖਬਰਾਂ ਨੇ। ਸਰਕਾਰੀ ਬੱਸਾਂ ਨੂੰ ਵੀ ਅੱਗ ਲਗਾਈ ਗਈ ਹੈ। ਮਥੁਰਾ ਦੀ ਇਹ ਖਬਰ ਹੈ ਜਿੱਥੇ ਮਥੁਰਾ ਦੇ ਵਿੱਚ ਸਰਕਾਰੀ ਬੱਸ ਨੂੰ ਵੀ ਅੱਗ ਲਗਾਉਣ ਦੀ ਖਬਰ ਆਈ ਹੈ। ਯੂਪੀ ਬਿਹਾਰ ਦੇ ਵਿੱਚ ਇੰਨਾ ਜ਼ਿਆਦਾ ਭੜਕਿਆ ਹੋਇਆ ਅੰਦੋਲਨ ਕਿ ਜਿਹੜੇ ਨੌਜਵਾਨ ਨੇ ਲਗਾਤਾਰ ਰੇਲ ਗੱਡੀਆਂ ਤੇ ਸਰਕਾਰੀ ਸੰਪत्ति ਨੂੰ ਅੱਗ ਲਗਾ ਰਹੇ ਨੇ। ਨੌਜਵਾਨਾਂ ਦਾ ਕਹਿਣਾ ਕਿ ਪਿਛਲੇ 2 ਸਾਲ ਤੋਂ ਜਦੋਂ ਦੀ ਭਰਤੀ ਬੰਦ ਹੈ ਅਸੀਂ ਲਗਾਤਾਰ ਆਪਣੀ ਮਿਹਨਤ ਕਰ ਰਹੇ ਹਾਂ, ਲਗਾਤਾਰ ਸਰੀਰਕ ਪੱਖੋਂ ਇਸ ਜਿਹੜੀ ਇਹ ਭਰਤੀ ਪ੍ਰਕਿਰਿਆ ਹੁੰਦੀ ਹੈ, ਰੈਲੀ ਭਰਤੀ ਹੁੰਦੀ ਹੈ, ਉਸ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ, ਸਰੀਰਕ ਟੈਸਟ ਹੁੰਦਾ ਹੈ ਔਰ ਲਿਖਤੀ ਟੈਸਟ ਹੁੰਦਾ, ਉਸ ਨੂੰ ਪਾਸ ਕਰਨ ਦੀ ਤਿਆਰੀ ਨੌਜਵਾਨ ਕਰ ਰਹੇ ਨੇ। ਪਰ ਕੇਂਦਰ ਸਰਕਾਰ ਵੱਲੋਂ ਇੱਕਦਮ ਫੌਜ ਦੀ ਭਰਤੀ ਬੰਦ ਕਰ ਦੇਣਾ ਔਰ ਸਿਰਫ ਇੱਕ 4 ਸਾਲ ਦੀ ਇਹ ਭਰਤੀ ਕਰਨਾ, ਜਿਸ ਨੂੰ ਠੇਕੇ ਦੀ ਭਰਤੀ ਵੀ ਆਪਾਂ ਕਹਿ ਸਕਦੇ ਹਾਂ, ਬਹੁਤ ਹੀ ਘੱਟ ਤਨਖਾਹ 30,000 ਦੇ ਤਕਰੀਬਨ, ਉਹਦੇ ਵਿੱਚੋਂ ਵੀ 30% ਹਰ ਮਹੀਨੇ ਕੱਟਿਆ ਜਾਇਆ ਕਰੇਗਾ ਤੇ ਜਦੋਂ ਉਹ 4 ਸਾਲ ਦੀ ਸੇਵਾ ਪੂਰੀ ਕਰਕੇ ਰਿਟਾਇਰ ਹੋਏਗਾ ਅਗਨੀਵੀਰ ਤਾਂ ਉਸ ਨੂੰ 10 ਤੋਂ 12 ਲੱਖ ਰੁਪਏ ਮਿਲਣਗੇ। ਉਹ ਉਹੀ ਹੋਣਗੇ ਜਿਹੜੇ ਉਸ ਦੀ ਤਨਖਾਹ ਦੇ ਵਿੱਚੋਂ ਕੱਟੇ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੌਜਵਾਨਾਂ ਵੱਲੋਂ ਭਾਰੀ ਪ੍ਰਦਰਸ਼ਨ ਕੀਤਾ ਜਾ ਰਿਹਾ, ਰੇਲ ਗੱਡੀਆਂ ਨੂੰ ਅੱਗ ਲਗਾਈ ਜਾ ਰਹੀ ਹੈ ਔਰ ਕਈ ਜਗ੍ਹਾ ਤੇ ਸਰਕਾਰੀ ਬੱਸਾਂ ਵੀ ਫੂਕੀਆਂ ਜਾ ਰਹੀਆਂ ਨੇ। ਮਥੁਰਾ ਦੇ ਵਿੱਚ ਨੌਜਵਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਟ੍ਰੇਨਾਂ ਨੂੰ ਅੱਗ ਲਗਾਈ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਇਹ ਭਖ ਸਕਦਾ ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਅਗਨੀਪਥ ਜੋ ਕੇਂਦਰ ਸਰਕਾਰ ਦੀ ਨਵੀਂ ਆਰਮੀ ਭਰਤੀ ਤਕਨੀਕ ਹੈ, ਇਸ ਨੂੰ ਠੇਕੇ ਦੀ ਭਰਤੀ ਕਹਿ ਕੇ ਨੌਜਵਾਨ ਲਗਾਤਾਰ ਵਿਰੋਧ ਕਰ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਨੌਜਵਾਨ ਕਿਸ ਤਰ੍ਹਾਂ ਅੱਗਾਂ ਲਗਾ ਰਹੇ ਹੈ, ਟ੍ਰੇਨ ਨੂੰ ਅੱਗ ਲੱਗੀ ਹੋਈ ਹੈ। ਲਗਾਤਾਰ ਨੌਜਵਾਨਾਂ ਤੇ ਲਾਠੀ ਚਾਰਜ ਵੀ ਕੀਤਾ ਜਾ ਰਿਹਾ, ਕਈ ਥਾਵਾਂ ਤੇ ਪੁਲਿਸ ਵੱਲੋਂ ਨੌਜਵਾਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ। ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਯੂਪੀ ਔਰ ਬਿਹਾਰ ਦੇ ਵਿੱਚੋਂ ਇਹ ਤਸਵੀਰਾਂ ਆਈਆਂ ਨੇ, ਕਿਉਂਕਿ ਖਾਸ ਕਰਕੇ ਆਰਮੀ ਦੇ ਵਿੱਚ ਬਿਹਾਰ ਦੀ ਗੱਲ ਕਰੀਏ ਤਾਂ ਆਪਾਂ ਨੌਜਵਾਨਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕੋ ਹੀ ਸਾਫ਼ ਰਾਹ ਦਿਖਦਾ ਸੀਗਾ, ਫੌਜ ਦੇ ਵਿੱਚ ਭਰਤੀ ਹੋ ਕੇ ਵਧੀਆ ਤਨਖਾਹ ਲੈਣਾ, ਕਿਉਂਕਿ ਬਿਨਾਂ ਸਿਫਾਰਸ਼ ਤੋਂ ਆਪਣੀ ਸਰੀਰਕ ਬਲ, ਸਰੀਰਕ ਮਿਹਨਤ ਦੇ ਜ਼ਰੀਏ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਸੀ। ਪਰ ਹੁਣ ਸਰਕਾਰ ਵੱਲੋਂ ਸਿੱਧੀ ਫੌਜੀ ਭਰਤੀ ਬੰਦ ਕਰਕੇ ਅਗਨੀਪਥ ਨਾਂ ਦੀ ਸਕੀਮ ਨੂੰ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ। ਨੌਜਵਾਨ ਲਗਾਤਾਰ ਅੱਗ ਲਗਾ ਰਹੇ ਨੇ, ਵੱਡੇ ਪੱਧਰ ਤੇ ਬੱਸਾਂ ਰੋਕੀਆਂ ਜਾ ਰਹੀਆਂ ਨੇ ਔਰ ਨੌਜਵਾਨਾਂ ਤੇ ਲਾਠੀ ਚਾਰਜ ਵੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ। पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।